ਪੰਜਾਬ ਦੇ ਸਾਬਕਾ ਆਈਜੀ ਤੇ ਮੌਜੂਦਾ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਦੀ ਇੰਸ਼ੋਰੈਂਸ ਕਮੇਟੀ ਤੋਂ ਅਸਤੀਫਾ ਦੇ ਦਿੱਤਾ। ਉਹ ਅਫਸਰ ਜਿਨ੍ਹਾਂ ਨੂੰ ਖੁਦ ਕੁਮਰ ਵਿਜੇ ਪ੍ਰਤਾਪ ਸਲੂਟ ਮਾਰਦੇ ਰਹੇ ਹੁਣ ਅੱਜ ਉਹਨਾਂ ਦੇ ਆਖੇ ਤੇ ਜਾਂ ਉਹਨਾਂ ਦੇ ਸਮਨ ਉੱਤੇ ਸ਼ਾਇਦ ਉਹਨਾਂ ਦੇ ਸਾਹਮਣੇ ਅਪੀਅਰ ਨਾ ਹੋਣਾ ਚਾਹੁੰਦੇ ਹੋਣ। ਇਹ ਸੈਂਟੀਮੈਂਟ ਅਕ੍ਰੋਸ ਬਿਊਰੋਕ੍ਰੇਸੀ ਹੋ ਸਕਦਾ ਹੈ। ਕੁਮਰ ਵਿਜੇ ਪ੍ਰਤਾਪ ਨੂੰ ਐਮਐਲਏ ਸੱਦ ਕੇ ਲਿਜਾਇਆ ਕਰਦੇ ਸੀ। ਮੈਨੂੰ ਯਾਦ ਹੈ ਚੋਣ ਪ੍ਰਚਾਰ ਦੇ ਵਿੱਚ ਕਿਵੇਂ ਗੁਟਕਾ ਸਾਹਿਬ ਨੂੰ ਮੱਥੇ ਤੇ ਲਾ ਕੇ ਉਹਨਾਂ ਨੇ ਪਹਿਲਾਂ ਤਾਂ ਚਲੋ ਨਸ਼ੇ ਦੇ ਬਾਰੇ ਗੱਲਾਂ ਕੀਤੀਆਂ, ਲੇਕਿਨ ਬੇਅਦਬੀ ਦੇ ਇਨਸਾਫ ਦੀ ਵੀ ਗੱਲ ਉਹਨਾਂ ਨੇ ਬੜੀ ਵੱਧ ਚੜ ਕੇ ਕੀਤੀ। ਪੰਜਾਬ ਦੇ ਸਾਬਕਾ ਆਈਜੀ ਤੇ ਮੌਜੂਦਾ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਦੀ ਇੰਸ਼ੋਰੈਂਸ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਅਸਤੀਫੇ ਦੇ ਕੀ ਕਾਰਨ ਨੇ, ਕਿਉਂ ਦਿੱਤਾ ਗਿਆ, ਇਹਦੇ ਪਿੱਛੇ ਰਾਜਨੀਤੀ ਕੀ ਚੱਲ ਰਹੀ ਹੈ, ਅੱਜ ਉਸ ਬਾਰੇ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਕੁਮਰ ਵਿਜੇ ਪ੍ਰਤਾਪ ਅਕਸਰ ਹੀ ਵਿਧਾਨ ਸਭਾ ਜਿੰਨੇ ਵੀ ਸੈਸ਼ਨ ਹੋਏ ਹੈ ਆਮ ਆਦਮੀ ਪਾਰਟੀ ਦੇ, ਤਾਂ ਉਹਦੇ ਅੰਦਰ ਆਪਣੀ ਸਰਕਾਰ ਨੂੰ ਬੇਅਦਬੀ ਦੇ ਮਸਲੇ ਉੱਤੇ ਘੇਰਦੇ ਹੀ ਨਜ਼ਰ ਆਏ ਨੇ। ਉਹ ਇੱਕ ਸੁਰ ਨਹੀਂ ਲੱਗਦੇ, ਨਾ ਉਹ ਖੁਸ਼ ਲੱਗ ਰਹੇ ਨੇ ਜਿਸ ਤਰ੍ਹਾਂ ਦੀ ਪ੍ਰੋਬ ਕੀਤੀ ਜਾ ਰਹੀ ਹੈਗੀ ਹੈ ਬੇਅਦਬੀ ਦੇ ਮਸਲਿਆਂ ਲੈ ਕੇ। ਤੇ ਹੁਣ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਹੈ। ਤਾਂ ਤੁਹਾਨੂੰ ਕੀ ਲੱਗਦਾ ਵੀ ਕਿਉਂ ਦਿੱਤਾ ਗਿਆ ਹੈਗਾ? ਕਿ ਉਹਨੇ ਸੁਣੀ ਨਹੀਂ ਜਾ ਰਹੀ, ਜਾਂ ਜਿਸ ਤਰ੍ਹਾਂ ਉਹ ਪ੍ਰੋਬ ਚਾਹੁੰਦੇ ਨੇ ਉਸ ਤਰ੍ਹਾਂ ਨਹੀਂ ਹੋ ਰਹੀ, ਸੈਟਿਸਫਾਈ ਨਹੀਂ ਹੋ ਰਹੇ ਉਹ? ਦੇਖੋ ਜੀ, ਕੁਮਰ ਵਿਜੇ ਪ੍ਰਤਾਪ ਪੰਜਾਬ ਪੁਲਿਸ ਦੇ ਇੱਕ ਆਈਜੀ ਰੈਂਕ ਦੇ ਅਧਿਕਾਰੀ ਸਨ, ਜੋ ਕਿ ਇਸ ਵਕਤ ਹੋ ਸਕਦਾ ਪੋਸੀਬਲੀ ਉਹਨਾਂ ਦਾ ਇੱਕ ਬੜਾ ਬ੍ਰਾਈਟ ਕੈਰੀਅਰ ਸੀ। ਲੇਕਿਨ ਇਸ ਬੇਅਦਬੀ ਦੇ ਕੇਸਾਂ ਦੇ ਮੁਤਲਕ ਜਿਹੜੀ ਜਾਂਚ ਸੀ, ਇਨਫੈਕਟ ਉਹਨਾਂ ਕੋਲ ਜਿਹੜੀ ਜਾਂਚ ਸੀ ਉਹ ਸੀ ਕੋਟਕਪੂਰੇ ਦੀ ਫਾਇਰਿੰਗ ਦੀ, ਇਸ ਤੋਂ ਇਲਾਵਾ ਬਹਿਬਲ ਕਲਾਂ ਦੀ ਫਾਇਰਿੰਗ ਦੀ। ਇਹ ਦੋ ਪੜਤਾਲਾਂ ਸੀ। ਉਹਨਾਂ ਦੀ ਜਿਹੜੀ ਸਿੱਟ ਸੀ ਉਸ ਨੂੰ ਅਪ੍ਰੈਲ 2021 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰਤਾ ਸੀ। ਅਦਾਲਤ ਦੇ ਵਿੱਚ ਜਿਹੜਾ ਗੁਰਦੀਪ ਪੰਡੇਰ ਸੀ, ਜੋ ਕਿ ਕੋਟਕਪੂਰਾ ਥਾਣੇ ਚੌਂਕੀ ਦਾ ਜਿਹੜਾ ਇੰਚਾਰਜ ਸੀ, ਉਸਨੇ ਇੱਕ ਪਟੀਸ਼ਨ ਪਾਈ ਸੀ। ਸੋ ਕੁਮਰ ਵਿਜੇ ਪ੍ਰਤਾਪ ਇਸਤੀਫਾ ਦੇ ਕੇ ਪੋਲਿਟਿਕਸ ਚਾਹੁੰਦੇ ਨੇ, ਆਮ ਆਦਮੀ ਪਾਰਟੀ ਤੋਂ ਟਿਕਟ ਲੱਗ ਕੇ ਅੰਮ੍ਰਿਤਸਰ ਸੀਟ ਤੋਂ ਜਿੱਤਦੇ ਨੇ। ਲੇਕਿਨ ਉਹਨਾਂ ਨੇ ਬੀਤੇ ਤਕਰੀਬਨ 1 ਸਾਲ ਦੇ ਵਿੱਚ, ਜਾਂ ਜਿੰਨੇ ਵੀ ਸਾਲ ਤੋਂ ਉਹ ਐਮਐਲਏ ਹੈਗੇ ਨੇ, ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਮੁੱਦੇ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੂੰ ਹਰ ਪੁਆਇੰਟ ਦੇ ਉੱਤੇ ਇਸ ਮਸਲੇ ਦੀ ਮਹੱਤਤਾ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਨੇ, ਬਹੁਤ ਘੱਟ ਜਿਹੇ ਐਮਐਲਏ ਰਹੇ ਨੇ ਜਿਨ੍ਹਾਂ ਨੇ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਿਆ, ਕਿਉਂਕਿ ਰਾਜਨੀਤੀ ਤਾਂ ਇਸ ਮੁੱਦੇ ਉੱਤੇ ਬਹੁਤ ਹੋ ਰਹੀ ਹੈ, ਲੇਕਿਨ ਰਾਜਨੀਤੀ ਤੋਂ ਉੱਤੇ ਕੁਝ ਨਹੀਂ ਹੋ ਪਾ ਰਿਹਾ। ਤੇ ਅਦਾਲਤਾਂ ਦੇ ਵਿੱਚ ਜੋ ਬੁਰਾ ਹਾਲ ਹੋ ਰਿਹਾ ਹੈ, ਜਾਂ ਫਿਰ ਸਰਕਾਰ ਦੇ ਕੰਮਕਾਜ ਪੱਖੋਂ ਪੁਲਿਸ ਦੀ ਵੱਖ-ਵੱਖ ਸਿੱਟਾਂ ਦੀ ਜਿਹੜੀ ਕਾਰਜ ਪ੍ਰਣਾਲੀ ਹੈ, ਉਸ ਉੱਤੇ ਸਵਾਲ ਖੜੇ ਕੀਤੇ ਗਏ ਨੇ। ਸੋ ਕੁਮਰ ਵਿਜੇ ਪ੍ਰਤਾਪ ਦੀ ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਪਿਛਲੇ ਕਈ ਮਹੀਨਿਆਂ 'ਚ ਕਈ ਵੱਡੇ ਸਵਾਲ ਖੜੇ ਕੀਤੇ ਨੇ। ਇੱਕ ਤਾਂ ਜਿਹੜੇ ਸਿੱਟਾਂ ਦੇ ਉੱਤੇ ਹੀ ਉਹਨਾਂ ਨੇ ਖੁਦ ਸਵਾਲ ਖੜੇ ਕਰਤੇ ਸੀਗੇ। ਇੱਕ ਜਿਹੜੀ ਮੌਜੂਦਾ ਸਿੱਟ ਜਿਹੜੀ ਇਸ ਵਕਤ ਕੰਮ ਕਰਦੀ ਵੀ ਪਈ ਹੈ, ਉਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਇੱਕ ਬਹੁਤ ਵੱਡਾ ਐਲਕੇ ਯਾਦਵ ਦੀ ਜਿਹੜੀ ਸਿੱਟ ਦੀ ਕਾਰਗੁਜ਼ਾਰੀ ਹੈ, ਉਹਨਾਂ ਨੇ ਬਹੁਤ ਵੱਡਾ ਸਵਾਲ ਖੜਾ ਕੀਤਾ ਹੈ। ਜਦੋਂ ਖੁਦ ਇੱਕ ਸਿੱਟ ਦਾ ਹਿੱਸਾ ਸਨ, ਤਾਂ ਆਪਣੇ ਹੀ ਸਿੱਟ ਦੇ ਜਿਹੜੇ ਮੁਖੀ ਸਨ ਪ੍ਰਬੋਧ ਕੁਮਾਰ, ਉਹਨਾਂ ਤੋਂ ਇੰਨੇ ਸੰਤੁਸ਼ਟ ਨਹੀਂ ਸਨ, ਉਹਨਾਂ ਦੀ ਕਾਰਵਾਈ ਤੋਂ ਐਡੇ ਸੰਤੁਸ਼ਟ ਨਹੀਂ ਸਨ। ਸਾਰਾ ਹੀ ਇੱਕ ਤਰੀਕੇ ਦੇ ਨਾਲ ਇਲਜ਼ਾਮ ਇਹ ਵੀ ਲੱਗਦੇ ਰਹੇ ਵੀ ਜਿਹੜੇ ਕੁਮਰ ਵਿਜੇ ਪ੍ਰਤਾਪ ਨੇ, ਉਹਨਾਂ ਨੇ ਸਿੱਟ ਦਾ ਪੂਰਾ ਕੰਮਕਾਜ ਆਪਣੇ ਆਪ ਲੈ ਲਿਆ ਸੀ, ਆਪਣੇ ਹੱਥ ਵਿੱਚ ਲੈ ਲਿਆ ਸੀ। ਉਹ 5 ਮੈਂਬਰੀ ਸਿੱਟ ਸੀ ਜਿਸ ਦਾ ਇੱਕ ਹਿੱਸਾ ਸਨ ਕੁਮਰ ਵਿਜੇ ਪ੍ਰਤਾਪ, ਲੇਕਿਨ ਇਹਨਾਂ ਤੇ ਇਲਜ਼ਾਮ ਇਹ ਲੱਗੇ ਵੀ ਇਹਨਾਂ ਨੇ ਹੋਰ ਮੈਂਬਰਾਂ ਨੂੰ ਤੇ ਆਪਣੇ ਸੀਨੀਅਰ ਤੇ ਸੁਪੀਰੀਅਰ ਨੂੰ ਪਿੱਛੇ ਛੱਡ ਕੇ ਮਾਮਲਿਆਂ ਦੀ ਪੜਤਾਲ ਆਪਣੇ ਹੱਥ ਵਿੱਚ ਲੈ ਲਈ। ਇਹਨਾਂ ਦੇ ਨਾਲ ਇੱਕ ਹੋਰ ਅਫਸਰ ਸਨ ਅਰੁਣਪਾਲ ਸਿੰਘ, ਜੋ ਕਿ ਬਾਅਦ ਦੇ ਵਿੱਚ ਅੰਮ੍ਰਿਤਸਰ ਦੇ ਕਮਿਸ਼ਨਰ ਵੀ ਲੱਗੇ, ਜਿਨ੍ਹਾਂ ਦਾ ਇਹਨਾਂ ਨੇ ਵਿਰੋਧਤਾ ਕੀਤੀ ਜਦੋਂ ਅੰਮ੍ਰਿਤਸਰ ਦੇ ਕਮਿਸ਼ਨਰ ਉਹਨਾਂ ਨੂੰ ਲਾਇਆ ਗਿਆ। ਸੋ ਕੁਮਰ ਵਿਜੇ ਪ੍ਰਤਾਪ ਦਾ ਜਿਹੜਾ ਰੇੜਕਾ ਅਰੁਣਪਾਲ ਸਿੰਘ ਦੇ ਨਾਲ ਚੱਲਦਾ ਪਿਆ ਸੀ, ਉਹ ਉਸੇ ਵਕਤ ਚੱਲਦਾ ਪਿਆ ਸੀ, ਕਿਉਂਕਿ ਉਹ ਵੀ ਇੱਕ ਪੈਰਲਲ ਮੈਂਬਰ ਸਨ, ਕੁਮਰ ਵਿਜੇ ਪ੍ਰਤਾਪ ਵੀ ਪੈਰਲਲ ਮੈਂਬਰ ਸਨ। ਸੋ ਕੁਮਰ ਵਿਜੇ ਪ੍ਰਤਾਪ ਦਾ ਕੰਮ ਕਰਨ ਦਾ ਥੋੜਾ ਜਿਹਾ ਅੰਦਾਜ਼ ਅਜਿਹਾ ਸੀ, ਜਿਸ ਕਰਕੇ ਉਹਨਾਂ ਦੀ ਆਪਣੇ ਕਲੀਗਸ ਦੇ ਨਾਲ ਉਸ ਸਿੱਟ ਦੇ ਵਿੱਚ ਨਹੀਂ ਬਣੀ। ਇਹਨਾਂ ਨੇ ਜਿਹੜੀਆਂ ਤਾਕਤਾਂ ਐਜ਼ਿਊਮ ਕੀਤੀਆਂ ਉਹ ਥੋੜੀਆਂ ਵੱਧ ਸਨ। ਲੇਕਿਨ ਜਦ ਤੋਂ ਪੋਲਿਟਿਕਸ ਦੇ ਵਿੱਚ ਆਏ ਨੇ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੱਲਾਂ ਕੀਤੀਆਂ, ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਦਾਲਤਾਂ ਦੇ ਵਿੱਚ ਪੈਰਵੀ ਸਿੱਟ ਜਿਹੜੇ ਬੇਅਦਬੀ ਦੇ ਕੇਸਾਂ ਦੀ ਸਹੀ ਨਹੀਂ ਹੋ ਰਹੀ ਹੈ। ਅਦਾਲਤਾਂ ਦੇ ਵਿੱਚ ਬਹੁਤ ਅਜਿਹੀਆਂ ਸਖਤ ਪੋਜੀਸ਼ਨਸ ਲਏ ਜਾਣ ਦੀ ਲੋੜ ਹੈ, ਜੋ ਕਿ ਸਰਕਾਰ ਦਾ ਪੱਖ ਜਿਹੜੇ ਸਰਕਾਰੀ ਵਕੀਲ ਨੇ ਉਹ ਅਦਾਲਤਾਂ ਵਿੱਚ ਨਹੀਂ ਲੈ ਪਾ ਰਹੇ। ਤੇ ਗੱਲ ਉਹਨਾਂ ਦੀ ਦਰੁਸਤ ਵੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਸਿੱਟ ਦੇ ਕਾਰਜ ਪ੍ਰਣਾਲੀ ਨੂੰ ਲੈ ਕੇ ਤਾਂ ਜਿਹੜੇ ਐਲਕੇ ਯਾਦਵ ਹੈਗੇ ਨੇ, ਉਹਨਾਂ ਦੇ ਉੱਤੇ ਸਿੱਧਾ ਦਾ ਜਿਹੜਾ ਇਲਜ਼ਾਮ ਸੀ ਉਹੀ ਲਾਤਾ। ਸਿੱਟ ਦੇ ਉੱਤੇ ਐਡਾ ਵੱਡਾ ਇਲਜ਼ਾਮ ਇੱਕ ਐਮਐਲਏ ਵੱਲੋਂ, ਉਹ ਵੀ ਉਸ ਐਮਐਲਏ ਵੱਲੋਂ ਜੋ ਕਿ ਇਹਨਾਂ ਹੀ ਬੇਅਦਬੀ ਦੇ ਕੇਸਾਂ ਦੀ ਪੜਤਾਲਾਂ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਰਿਹਾ। ਉਸਨੇ ਆਪਣਾ ਕਰੀਅਰ ਵੀ ਦਾਅ ਤੇ ਲਗਾਇਆ, ਸਿਆਸਤ ਦੇ ਵਿੱਚ ਵੀ ਆਇਆ, ਤੇ ਹੁਣ ਉਸਦਾ ਇਸ ਕਮੇਟੀ ਤੋਂ ਇਸਤੀਫਾ ਦੇਣਾ ਇਹ ਕੋਈ ਛੋਟਾ ਡਿਵੈਲਪਮੈਂਟ ਨਹੀਂ ਹੈ। ਹੁਣ ਇਸ ਦੇ ਕਾਰਨ ਤਾਂ ਖੁਦ ਕੁਮਰ ਵਿਜੇ ਪ੍ਰਤਾਪ ਦੱਸ ਸਕਦੇ ਨੇ। ਉਹਨਾਂ ਨੇ ਜਿਹੜੀ ਚਿੱਠੀ ਆਪਣਾ ਲੈਟਰ ਲਿਖੀ ਹੈ, ਜਿਸ ਵਿੱਚ ਕਿ ਉਹਨਾਂ ਨੇ ਕਿਹਾ ਕਿ ਉਹ ਅਸ਼ੋਰੈਂਸਿਸ ਕਮੇਟੀ ਜਿਹੜੀ ਹੁੰਦੀ ਹੈ, ਬੇਸਿਕਲੀ ਪਾਰਲੀਮੈਂਟਰੀ ਕੰਮ ਜਿਹੜਾ ਹੁੰਦਾ ਵਿਧਾਨ ਸਭਾਵਾਂ ਦੇ ਵਿੱਚ, ਉਸ ਦੀਆਂ ਅਲੱਗ-ਅਲੱਗ ਲੈਵਲ ਦੀਆਂ ਕਮੇਟੀਆਂ ਹੁੰਦੀਆਂ ਨੇ। ਵਿਧਾਇਕਾਂ ਦੀ ਪ੍ਰਿਵਿਲੇਜਸ ਨੂੰ ਲੈ ਕੇ ਇੱਕ ਪ੍ਰਿਵਿਲੇਜ ਕਮੇਟੀ ਹੁੰਦੀ ਹੈ। ਐਸ਼ੋਰੈਂਸਿਸ ਕਮੇਟੀ ਉਹ ਹੁੰਦੀ ਹੈ ਜਿਸ ਦਾ ਕੰਮ ਇਹ ਹੁੰਦਾ ਹੈ ਕਿ ਜਿਹੜੇ ਭਰੋਸੇ ਦਿੱਤੇ ਗਏ ਹੈਗੇ ਨੇ
ਵਿਧਾਨ ਸਭਾ ਨੂੰ ਜਾਂ ਉਸਦੇ ਮੈਂਬਰਾਂ ਨੂੰ ਅਲੱਗ-ਅਲੱਗ ਮਿਨਿਸਟਰਾਂ ਵੱਲੋਂ, ਅਲੱਗ-ਅਲੱਗ ਮਹਿਕਮਿਆਂ ਵੱਲੋਂ ਔਨ ਦ ਫਲੋਰ ਆਫ ਦਾ ਹਾਊਸ, ਈਵਨ ਅਦਰਵਾਈਜ਼ ਐਜ਼ ਐਨੀ ਗਵਰਨਮੈਂਟ ਆਰਡਰ, ਉਹ ਪੂਰੇ ਹੋਏ ਜਾਂ ਨਹੀਂ ਹੋਏ। ਸੋ ਉਸ ਐਸ਼ੋਰੈਂਸ ਕਮੇਟੀ ਤਾਂ ਬੜੀ ਅਹਿਮ ਹੈਗੀ ਹੈ। ਮੰਨਿਆ ਵੀ ਜਾ ਰਿਹਾ ਕਿ ਉਹਨਾਂ ਨੇ ਕੋਈ ਕਮੇਟੀ ਦੀ ਬੈਠਕ ਬੁਲਾਈ ਸੀ, ਜਿਸ ਵਿੱਚ ਕਿ ਡੀਜੀਪੀ ਨੂੰ ਤਲਬ ਕੀਤਾ ਗਿਆ ਸੀ, ਕਈ ਸੀਨੀਅਰ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ, ਕਿਉਂਕਿ ਐਡਵੋਕੇਟ ਜਨਰਲ ਤੇ ਪੰਜਾਬ ਦੇ ਡੀਜੀਪੀ ਇਹ ਦੋ ਬੜੇ ਵੱਡੇ ਅਫੀਸ਼ੀਅਲਸ ਹੈਗੇ ਨੇ, ਜਿਨ੍ਹਾਂ ਨੂੰ ਸ਼ਾਇਦ ਸਮਨ ਕੀਤਾ ਗਿਆ। ਇਹ ਲੋਕ ਉਸ ਮੀਟਿੰਗ ਦੇ ਵਿੱਚ ਆਏ ਨਹੀਂ, ਹੋਮ ਜਿਸ ਸੈਕਟਰੀ ਨੂੰ ਕਾਰਨ ਵੀ ਬੁਲਾਇਆ ਗਿਆ ਸੀਗਾ, ਹੋਮ ਸੈਕਟਰੀ ਨੂੰ ਬੁਲਾਇਆ ਗਿਆ ਸੀ ਜੀ। ਸੋ ਉਸ ਚੀਜ਼ ਦਾ ਗੁੱਸਾ ਕੁੰਵਰ ਵਿਜੇ ਪ੍ਰਤਾਪ ਨੇ ਜ਼ਰੂਰ ਮਨਾਇਆ ਹੋਏਗਾ। ਸੋ ਮੈਨੂੰ ਇਹੀ ਕਾਰਨ ਲੱਗਦਾ ਪਿਆ, ਲੇਕਿਨ ਇਸ ਉੱਤੇ ਸਰਕਾਰ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ। ਵੈਸੇ ਸਰਕਾਰ ਸਪਸ਼ਟੀਕਰਨ ਦੇ ਕੇ ਰਾਜ਼ੀ ਨਹੀਂ ਹੈ, ਲੇਕਿਨ ਇੱਕ ਸੀਰੀਅਸ ਮੈਟਰ ਹੈ, ਕਿਉਂਕਿ ਬੇਅਦਬੀ ਦੇ ਕੇਸਾਂ ਦੀ ਜਿਹੜੀ ਪੜਤਾਲ ਹੈ ਉਹ ਹਰ ਸਰਕਾਰ ਜਿਹੜੀ ਹੈ ਘੱਟੋ ਘੱਟ ਉਸਨੇ ਇਸ ਤੋਂ ਮੁਨਕਰ ਹੋਣ ਦੀ ਕੋਈ ਹਿਮਾਕਤ ਨਹੀਂ ਕੀਤੀ ਹੈ। ਸੋ ਇਹ ਸਰਕਾਰ ਵੀ ਇੰਨੇ ਸੌਖੇ ਤਰੀਕੇ ਦੇ ਨਾਲ ਆਪਣੇ ਹੀ ਵਿਧਾਇਕ ਵੱਲੋਂ ਚੁੱਕੇ ਗਏ ਸਵਾਲਾਂ ਦੇ ਜਵਾਬਾਂ ਤੋਂ ਬਚ ਨਹੀਂ ਸਕਦੀ। ਇਹਨੂੰ ਵੀ ਇਸ ਚੀਜ਼ ਦੀ ਕਲੈਰੀਫਿਕੇਸ਼ਨ ਛੇਤੀ ਇਸ਼ੂ ਕਰਨੀ ਚਾਹੀਦੀ ਹੈ, ਜਾਂ ਫਿਰ ਕੁੰਵਰ ਵਿਜੇ ਪ੍ਰਤਾਪ ਕਲੀਅਰ ਕਰਨ ਕਿ ਉਹ ਐਸ਼ੋਰੈਂਸਿਸ ਕਮੇਟੀ ਤੋਂ ਜਾਂ ਭਰੋਸਾ ਕਮੇਟੀ ਜਿਸ ਨੂੰ ਕਿਹਾ ਜਾ ਰਿਹਾ ਉਸ ਨੂੰ ਕਿਉਂ ਛੱਡ ਕੇ ਦੂਰ ਹੋਏ ਨੇ। ਜੀ, ਤੇ ਗੱਲ ਇਹ ਵੀ ਸੁਣਨ ਨੂੰ ਆ ਰਹੀ, ਜਿਹੜਾ ਕੁੰਵਰ ਵਿਜੇ ਪ੍ਰਤਾਪ ਦਾ ਖੇਮਾ ਹੈ ਜਾਂ ਸਰਕਾਰ ਦੇ ਵੱਖ-ਵੱਖ ਜਿਹੜੇ ਲੀਡਰ ਹੈਗੇ ਆ, ਉਹ ਇਹ ਗੱਲ ਵੀ ਕਹਿ ਰਹੇ ਹੈਗੇ ਆ ਵੀ ਇਹਨਾਂ ਨੇ ਮੀਟਿੰਗ ਬੁਲਾਈ ਸੀ, ਮੀਟਿੰਗ ਦੇ ਅੰਦਰ ਜਿਸ ਤਰ੍ਹਾਂ ਦੀ ਪ੍ਰੋਬ ਢਿੱਲੀ ਚੱਲ ਰਹੀ ਹੈਗੀ ਹੈ, ਉਸ ਦੇ ਉੱਤੇ ਇੱਕ ਰਿਪੋਰਟ ਬਣਾਉਣੀ ਸੀਗੀ ਵੀ ਇਹ ਐਸ ਪਰ ਐਕਸਪੈਕਟੇਸ਼ਨਸ ਪ੍ਰੋਬ ਨਹੀਂ ਹੋ ਰਹੀ ਹੈ, ਜਿਸ ਦਾ ਜਿਹੜਾ ਜਾਣਕਾਰੀ ਹੈ ਮੁੱਖ ਮੰਤਰੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਮੀਟਿੰਗ 'ਚ ਨਾ ਜਾਇਆ ਜਾਵੇ ਜਾਂ ਅਫਸਰ ਨਾ ਸੱਦੇ ਗਏ। ਇਸ ਤਰ੍ਹਾਂ ਦੀ ਵੀ ਚਰਚਾਵਾਂ ਬਹੁਤ ਸਰਗਰਮ ਨੇ ਪੋਲੀਟੀਕਲ ਅਰੀਨਾ। ਕੀ ਇਹ ਗੱਲ ਵੀ ਹੋ ਸਕਦੀ ਹੈ ਵੀ ਕੁੰਵਰ ਵਿਜੇ ਪ੍ਰਤਾਪ ਦੀ ਮੀਟਿੰਗ 'ਚ ਡੀਜੀਪੀ ਜਿਹੜਾ ਹੋਮ ਸੈਕਟਰੀ ਹੈ ਉਹ ਜਾਂ ਹੋਰ ਵੀ ਜਿਹੜੇ ਵੱਡੇ ਅਫਸਰ ਆ ਉਹ ਨਾ ਜਾਣ? ਦੇਖੋ, ਇਹ ਗੱਲ ਪੋਸੀਬਲ ਹੈ, ਤੇ ਇਹਦਾ ਰੇੜਕਾ ਸਭ ਤੋਂ ਪਹਿਲਾਂ ਉਸ ਵਕਤ ਖੜਾ ਹੋਇਆ ਸੀ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਪੰਜਾਬ ਸਰਕਾਰ ਦੇ ਵਿੱਚ ਕੋਈ ਅਹੁਦਾ ਦੇਣ ਦੀ ਗੱਲਬਾਤ ਉੱਠੀ ਸੀ, ਤੇ ਇੱਕ ਚਰਚਾਵਾਂ ਹੁੰਦੀਆਂ ਰਹੀਆਂ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਈਵਨ ਇਹ ਸਵਾਲ ਤਾਂ ਮੈਂ ਵੀ ਕਈ ਮੰਚਾਂ ਦੇ ਉੱਤੇ ਚੁੱਕਦਾ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਕੋਈ ਜ਼ਿੰਮੇਵਾਰੀ ਕਿਉਂ ਨਹੀਂ ਦਿੱਤੀ ਜਾਂਦੀ। ਇੱਕ ਅਜਿਹਾ ਅਫਸਰ ਜੋ ਕਿ ਕੈਰੀਅਰ ਦੇ ਦੌਰਾਨ ਉਸਨੇ ਗੈਂਗਸਟਰਾਂ, ਆਰਗੇਨਾਈਜ਼ਡ ਕ੍ਰਾਈਮ ਤੇ ਬੇਅਦਬੀ ਦੇ ਤਿੰਨ ਸਪੈਸਿਫਿਕ ਪੰਜਾਬ ਦੀਆਂ ਚੁਣੌਤੀਆਂ ਜਦ ਆਪਾਂ ਦੇਖੀਏ ਲਾਅ ਐਂਡ ਆਰਡਰ ਦੇ ਪੱਖੋਂ, ਤਾਂ ਉਹੀ ਹੈ ਆਰਗੇਨਾਈਜ਼ਡ ਕ੍ਰਾਈਮ, ਗੈਂਗਸਟਰ ਵਗੈਰਾ, ਕ੍ਰਿਮੀਨਲ, ਤੇ ਇਹਨਾਂ ਦੇ ਨਾਲ ਫਸਟ ਹੈਂਡ ਜਿਹੜਾ ਤਜਰਬਾ ਹੈ ਕੁੰਵਰ ਵਿਜੇ ਪ੍ਰਤਾਪ ਨੂੰ ਹੈ। ਤਾਂ ਇਸ ਵਕਤ ਪੰਜਾਬ ਦੀ ਪੂਰੀ ਕੈਬਨਿਟ ਦੇ ਵਿੱਚ, ਪੰਜਾਬ ਦੇ ਪੂਰੇ ਰੂਲਿੰਗ ਪਾਰਟੀ ਦੇ ਵਿੱਚ ਸਭ ਤੋਂ ਇੱਕ ਕੰਪੀਟੈਂਟ ਮੈਂ ਕਹਾਂਗਾ ਇਸ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਉਹ ਅਧਿਕਾਰੀ ਹੋ ਸਕਦੇ ਨੇ। ਇਨਫੈਕਟ ਉਹ ਮਿਨਿਸਟਰ ਹੋ ਸਕਦੇ ਨੇ, ਉਹਨਾਂ ਨੂੰ ਕੋਈ ਹੋਰ ਵੀ ਪੋਰਟਫੋਲੀਓ ਦੇ ਕੇ ਮੁੱਖ ਮੰਤਰੀ ਦਾ ਐਡਵਾਈਜ਼ਰ ਲਾ ਕੇ ਵੀ ਇਸ ਤਰੀਕੇ ਦਾ ਕੰਮਕਾਜ ਦਿੱਤਾ ਜਾ ਚੁੱਕਾ ਹੋਣਾ ਚਾਹੀਦਾ ਸੀ, ਕਿਉਂਕਿ ਉਹਨਾਂ ਦੇ ਰਾਜਨੀਤੀ ਦੇ ਵਿੱਚ ਆਉਣ ਦਾ ਤੇ ਬੇਅਦਬੀਆਂ ਦੇ ਮੁੱਦੇ ਉੱਤੇ ਉਹਨਾਂ ਨੇ ਐਡਾ ਵੱਡਾ ਆਪਣੀ ਪੋਜੀਸ਼ਨ ਚੇਂਜ ਕੀਤੀ, ਆਪਣਾ ਜਿਹੜਾ ਅਹੁਦਾ ਸੀ ਉਹਨੂੰ ਦਾਅ ਤੇ ਲਾਇਆ। ਅੱਜ ਵੀ ਉਹਨਾਂ ਦੇ ਵਿਰੋਧੀ ਟਿੱਚਰਾਂ ਕਰਦੇ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਆਈਜੀ ਦਾ ਅਹੁਦਾ ਛੱਡ ਕੇ ਤੁਸੀਂ ਵਿਧਾਇਕ ਬਣ ਕੇ ਬਹਿ ਗਏ, ਤੇ ਵਿਧਾਇਕ ਦੀ ਔਕਾਤ ਕੀ ਹੈਗੀ ਹੈ। ਸੋ ਇਸ ਤਰੀਕੇ ਦੀ ਜਦੋਂ ਗੱਲਾਂ ਕੀਤੀਆਂ ਜਾਂਦੀਆਂ, ਟਿੱਚਰਾਂ, ਵਿਰੋਧੀ ਜਿਹੜੇ ਟਿੱਚਰਾਂ ਕਰਦੇ ਹੈਗੇ ਨੇ, ਤੇ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ। ਇਸ ਚੀਜ਼ ਨੂੰ ਲੈ ਕੇ ਜਿਹੜਾ ਮਾਹੌਲ ਵੀ ਲੋਕਾਂ ਵੱਲੋਂ ਉਡਾਇਆ ਜਾਂਦਾ ਹੈ। ਸੋ ਇਹ ਚੀਜ਼ ਦਾ ਅਹਿਸਾਸ ਕਿਸੇ ਵੀ ਲੀਡਰ ਨੂੰ ਹੋ ਸਕਦਾ ਵੀ ਮੈਂ ਐਡਾ ਆਪਣਾ ਅਹੁਦਾ ਵਗੈਰਾ ਛੱਡ ਕੇ, ਰੈਂਕ ਛੱਡ ਕੇ ਇੱਕ ਪੰਜਾਬ ਦਾ ਆਈਜੀ ਹੋਣਾ, ਜਾਂ ਪੰਜਾਬ ਦੇ ਵਿੱਚ ਅੱਜ ਉਹ ਏਡੀਜੀਪੀ ਲੈਵਲ ਤੇ ਵੀ ਹੋ ਸਕਦੇ ਸੀ, ਕਿਸੇ ਨਾ ਕਿਸੇ ਸਮੇਂ ਦੇ ਉਹਨਾਂ ਨੇ ਪਹੁੰਚਣਾ, ਉਹਨਾਂ ਲੈਵਲਸ ਦੇ ਉੱਤੇ ਹੋਣਾ ਸੀ, ਲੇਕਿਨ ਉਹ ਜੇ ਸਭ ਕੁਝ ਛੱਡ ਕੇ ਆਏ ਨੇ। ਲੇਕਿਨ ਇੱਕ ਸਵਾਲ ਜਿਹੜਾ ਹਮੇਸ਼ਾ ਉੱਠਦਾ ਰਿਹਾ, ਤੇ ਇਹ ਇੱਕ ਫੈਕਟਰ ਵੀ ਰਿਹਾ ਹੋ ਸਕਦਾ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ, ਕਿਉਂਕਿ ਉਹ ਉਹਨਾਂ ਦੇ ਮੁਕਾਬਲੇ ਬਹੁਤ ਅਜਿਹੇ ਸੀਨੀਅਰ ਆਈਪੀਐਸ ਅਧਿਕਾਰੀ ਹੈਗੇ ਨੇ ਪੰਜਾਬ ਪੁਲਿਸ ਦੇ ਵਿੱਚ। ਹੁਣ ਇੱਥੇ ਵੀ ਜੋ ਮੈਨੂੰ ਲੱਗਦਾ ਇੱਕ ਵੱਡਾ ਕਲੈਸ਼ ਇਹ ਰਿਹਾ ਹੋਏਗਾ ਕਿ ਅਹੁਦੇ ਦੇ ਵਿੱਚ, ਰੈਂਕ ਦੇ ਵਿੱਚ ਤਾਂ ਕੁੰਵਰ ਵਿਜੇ ਪ੍ਰਤਾਪ ਇੱਕ ਛੋਟੇ ਅਫਸਰ ਹੈਗੇ ਨੇ, ਸੋ ਉਹ ਕਿਵੇਂ ਹੋਮ ਸੈਕਟਰੀ ਜਾਂ ਡੀਜੀਪੀ ਲੈਵਲ ਦੇ ਅਫਸਰਾਂ ਨੂੰ ਸਮਨ ਕਰ ਸਕਦੇ ਨੇ। ਹਾਲਾਂਕਿ ਇਸ ਕੈਪੈਸਿਟੀ ਦੇ ਵਿੱਚ, ਕਿਉਂਕਿ ਉਹ ਇੱਕ ਚੇਅਰਮੈਨ ਹੈਗੇ ਨੇ, ਪਲੱਸ ਉਹ ਐਮਐਲਏ ਹੈਗੇ ਨੇ, ਐਮਐਲਏ ਦਾ ਜਿਹੜਾ ਰੁਤਬਾ ਤੇ ਐਮਐਲਏ ਦਾ ਜਿਹੜਾ ਅਹੁਦਾ ਹੈ ਚੁਣੇ ਹੋਏ ਨੁਮਾਇੰਦੇ ਦਾ, ਉਹ ਕਿਸੇ ਵੀ ਤਰੀਕੇ ਦੇ ਨਾਲ ਇਸ ਜਮਹੂਰੀਅਤ ਦੇ ਵਿੱਚ, ਡੈਮੋਕ੍ਰੇਸੀ, ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਇਹਨਾਂ ਅਫਸਰਾਂ ਤੋਂ ਉੱਤੇ ਹੀ ਮੰਨਿਆ ਜਾਣਾ ਚਾਹੀਦਾ ਹੈ। ਚਾਹੇ ਆਪਾਂ ਇਹਨਾਂ ਨੂੰ ਬਰਾਬਰਤਾ ਦੇ ਦਈਏ, ਕੈਬਨਿਟ ਸੈਕਟਰੀ ਦੇ ਲੈਵਲ ਤੇ ਉਹਨਾਂ ਨੂੰ ਮੰਨ ਲਈਏ। ਸੋ ਅੱਜ ਕੁੰਵਰ ਵਿਜੇ ਪ੍ਰਤਾਪ ਇੱਕ ਨੌਚ ਅਬਾਵ ਨੇ, ਇਹ ਮੰਨਣਾ ਪੈਣਾ, ਕਿਉਂਕਿ ਜਮਹੂਰੀਅਤ ਦੀ ਤਾਕਤ, ਜਿਹੜੀ ਲੋਕਤੰਤਰ ਦੀ ਤਾਕਤ ਹੈ, ਉਹਨਾਂ ਨੂੰ ਉਹ ਰੁਤਬਾ ਦਿੰਦੀ ਹੈ। ਲੇਕਿਨ ਇੱਕ ਅਜਿਹਾ ਮਾਈਂਡਸੈਟ ਹੈ ਤੇ ਬਿਊਰੋਕ੍ਰੈਟਿਕ ਮਾਈਂਡਸੈਟ ਹੋਏਗਾ, ਉਹ ਅਫਸਰ ਜਿਨ੍ਹਾਂ ਨੂੰ ਖੁਦ ਕੁੰਵਰ ਵਿਜੇ ਪ੍ਰਤਾਪ ਸਲੂਟ ਮਾਰਦੇ ਰਹੇ ਹੁਣ, ਅੱਜ ਉਹਨਾਂ ਦੇ ਆਖੇ ਤੇ ਜਾਂ ਉਹਨਾਂ ਦੇ ਸਾਹਮਣੇ ਉੱਤੇ ਸ਼ਾਇਦ ਉਹਨਾਂ ਦੇ ਸਾਹਮਣੇ ਅਪੀਅਰ ਨਾ ਹੋਣਾ ਚਾਹੁੰਦੇ ਹੋਣ। ਇਹ ਸੈਂਟੀਮੈਂਟ ਅਕ੍ਰੋਸ ਬਿਊਰੋਕ੍ਰੇਸੀ ਹੋ ਸਕਦਾ ਹੈ। ਦੂਸਰਾ ਫੈਕਟਰ ਇਹ ਵੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਦਾ ਆਪਣਾ ਕੰਮ ਕਰਨ ਦਾ ਜਿਹੜਾ ਅੰਦਾਜ਼ ਹੈ ਤੇ ਸੁਭਾਅ ਹੈ, ਉਹ ਵੀ ਫੈਕਟਰ ਹੈ, ਕਿਉਂਕਿ ਆਪਣੀ ਇਹਨਾਂ ਦੀ ਬਹੁਤ ਅਫਸਰਾਂ ਦੇ ਨਾਲ ਨਹੀਂ ਬਣੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਿੱਟ ਤੇ ਜ਼ਿਆਦਾਤਰ ਅਫਸਰਾਂ ਤੋਂ ਇਹ ਔਖੇ ਸਨ ਤੇ ਉਹ ਇਹਨਾਂ ਤੋਂ ਔਖੇ ਸਨ। ਤੁਸੀਂ ਆਪਣੇ ਸੁਪੀਰੀਅਰਸ ਨੂੰ ਵੀ ਕਈ ਕੇਸਾਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਬਾਈਪਾਸ ਕਰਦੇ ਹੋਏ ਵੇਖਿਆ ਗਿਆ। ਇੱਥੋਂ ਤੱਕ ਪੁੱਛਿਆ ਗਿਆ ਵੀ ਇਹਨਾਂ ਨੇ ਸਾਰੀਆਂ ਪੜਤਾਲਾਂ ਆਪਣੇ ਕੋਲ ਕਿਉਂ ਲੈ ਲਈਆਂ।
ਕੁੰਵਰ ਜੀ ਵਿਜੇ ਪ੍ਰਤਾਪ ਕੋਲ ਕਈ ਤਾਂ ਇਨਵੈਸਟੀਗੇਸ਼ਨ ਕੇਸਾਂ ਦੀ ਨਹੀਂ ਸੀ, ਲੇਕਿਨ ਉਹ ਅਸਿਊਮ ਕਰਕੇ ਕਿ ਮੇਰੇ ਕੋਲ ਇਨਵੈਸਟੀਗੇਸ਼ਨ ਹੈ, ਤੇ ਬਾਅਦ ਦੇ ਵਿੱਚ ਰੇੜਕਾ ਇਸ ਗੱਲ ਦਾ ਫਸਿਆ ਵੀ ਜਦੋਂ ਹਾਈ ਕੋਰਟ ਨੂੰ ਤੁਸੀਂ ਰਿਪੋਰਟਾਂ ਦੇਣੀਆਂ ਸੀ, ਇਹ ਸੰਬੰਧਿਤ ਅਫਸਰਾਂ ਨੂੰ ਤੁਸੀਂ ਰਿਪੋਰਟਾਂ ਦੇਣੀਆਂ ਸੀ, ਉਸ ਵਕਤ ਫਿਰ ਕਿੰਨੇ ਸਾਈਨ ਹੋਏ ਨੇ, ਕੁੰਵਰ ਵਿਜੇ ਪ੍ਰਤਾਪ ਨੇ ਸਾਈਨ ਕੀਤੇ ਨੇ ਜਾਂ ਹੋਰ ਜਿਹੜੇ ਸਿੱਟ ਮੈਂਬਰ ਵੀ ਸਾਈਨ ਕਰ ਰਹੇ ਨੇ, ਵਿਰੋਧੀ ਪਾਰਟੀਆਂ ਨੇ, ਬਚਾਅ ਪੱਖ ਨੇ ਵੀ ਇਸ ਨੂੰ ਦਲੀਲ ਬਣਾਇਆ ਵੀ ਇਹ ਰਿਪੋਰਟਾਂ ਨੂੰ ਕਿੰਨਾ ਕੁ ਮੰਨਿਆ ਜਾਏ। ਉਹ ਇਕੱਲੇ ਇਸ ਸਿੱਟ ਦਾ ਹਿੱਸਾ ਸਨ ਜਾਂ ਸਿੱਟ ਦੇ 5 ਹੋਰ ਮੈਂਬਰਾਂ ਦੇ ਵੀ ਸਿਗਨੇਚਰ ਚਾਹੀਦੇ ਸਨ, ਜਿਹੜੀਆਂ ਵੀ ਰਿਪੋਰਟਾਂ ਜਾਂ ਤਫਤੀਸ਼ਾਂ ਉਹਨਾਂ ਵੱਲੋਂ ਕੀਤੀਆਂ ਗਈਆਂ। ਸੋ ਇਹ ਵਿਵਾਦ ਚੱਲਦੇ ਸੀ, ਤਾਂ ਇਸ ਕਿਸਮ ਦਾ ਥੋੜਾ ਜਿਹਾ ਜਿਹੜਾ ਰੁਤਬੇ ਦਾ ਜਾਂ ਈਗੋ ਦਾ ਰੌਲਾ ਇਹ ਵੀ ਰਿਹਾ ਹੋ ਸਕਦਾ, ਜਿਸ ਕਰਕੇ ਅਫਸਰਸ਼ਾਹੀ ਇਸ ਵਕਤ, ਕਿਉਂਕਿ ਅਫਸਰਾਂ ਦੇ ਆਪਣੇ ਵੀ ਦਿਮਾਗ ਤੁਹਾਨੂੰ ਪਤਾ ਕਿ ਕਿੰਨੇ ਕੁ ਸਹੀ ਹੁੰਦੇ ਨੇ, ਸੋ ਉਹ ਅਫਸਰਸ਼ਾਹੀ ਕਿਤੇ ਨਾ ਕਿਤੇ ਮਾਈਂਡ ਦੇ ਵਿੱਚ ਇਹ ਲੈ ਕੇ ਜ਼ਰੂਰ ਬੈਠੀ ਹੈ ਵੀ ਇਹ ਤਾਂ ਇੱਕ ਜੂਨੀਅਰ ਫੰਕਸ਼ਨਰੀ ਸੀ ਤੇ ਅੱਜ ਸਾਨੂੰ ਇਹਦੇ ਸਾਹਮਣੇ ਪੇਸ਼ ਹੋਣਾ ਪਏਗਾ। ਇਟ ਇਜ਼ ਪ੍ਰੋਬੇਬਲ ਕਿ ਉਹਨਾਂ ਲੋਕਾਂ ਨੇ, ਹਾਲਾਂਕਿ ਐਡੀ ਕੋਈ ਵੱਡੀ ਗੱਲ ਨਹੀਂ ਸੀ, ਜੇ ਦੇਖੋ ਪਾਰਲੀਮੈਂਟ ਦੀ ਜਾਂ ਵਿਧਾਨ ਸਭਾ ਦੀ ਜਿਹੜੀ ਕਮੇਟੀ ਆ ਬਹੁਤ ਹੀ ਪਾਵਰਫੁਲ ਕਮੇਟੀਆਂ ਹੁੰਦੀਆਂ ਨੇ, ਇਹਨਾਂ ਕੋਲ ਜੀ ਬਹੁਤ ਸ਼ਕਤੀਆਂ ਹੁੰਦੀਆਂ ਨੇ, ਤਾਕਤਾਂ ਹੁੰਦੀਆਂ ਨੇ, ਤੇ ਉਹਦਾ ਚੇਅਰਮੈਨ ਕੋਈ ਛੋਟਾ ਸ਼ਖਸ ਨਹੀਂ ਹੁੰਦਾ। ਸੋ ਜੀ ਉਹ ਇੱਕ ਐਮਐਲਏ ਹੈ, ਉਹ ਇੱਕ ਕਮੇਟੀ ਦਾ ਚੇਅਰਮੈਨ ਹੈ, ਜੇ ਉਸਨੇ ਤੁਹਾਨੂੰ ਸਮਨ ਕੀਤਾ ਤੁਹਾਨੂੰ ਜਾਣਾ ਚਾਹੀਦਾ, ਥੋੜਾ ਜਾਣਾ ਬਣਦਾ ਹੈ। ਲੇਕਿਨ ਇਹ ਪ੍ਰੋਬਲਮ ਹਮੇਸ਼ਾ ਹੀ ਦੇਖੀ ਗਈ ਹੈ ਸਾਡੀ ਬਿਊਰੋਕ੍ਰੇਸੀ ਦੇ ਵਿੱਚ, ਈਵਨ ਸਾਡੇ ਪੁਲਿਸ ਅਫਸਰਾਂ ਦੇ ਵਿੱਚ ਵੀ ਬਹੁਤ ਸੇ ਕਮਿਸ਼ਨਾਂ ਨੂੰ, ਬਹੁਤ ਸੇ ਜਿਹੇ ਜਿਹੜੇ ਕੁਐਸਾਈ ਜੁਡੀਸ਼ੀਅਲ ਮੰਚ ਹੈਗੇ ਨੇ ਜਾਂ ਜਿਹੜੇ ਵਿਧਾਨ ਸਭਾ ਦੀਆਂ ਕਮੇਟੀਆਂ ਨੇ, ਉਹਨਾਂ ਨੂੰ ਥੋੜਾ ਜਿਹਾ ਉਹ ਲੱਗਦਾ ਵੀ ਸ਼ਾਇਦ ਜੇ ਇਹਨਾਂ ਦੇ ਅੱਗੇ ਸਾਨੂੰ ਪੇਸ਼ ਹੋ ਕੇ ਜਵਾਬਦੇਹੀ ਦੇਣੀ ਪਏਗੀ ਤਾਂ ਸਾਡਾ ਸ਼ਾਇਦ ਸ਼ਾਨ ਘਟੇਗੀ। ਸੋ ਪ੍ਰੋਬੇਬਲੀ ਇਟ ਕੁਡ ਬੀ ਵਨ ਆਫ ਦ ਰੀਜ਼ਨ ਜਿਸ ਕਰਕੇ ਇਹ ਸਾਰਾ ਦਾ ਸਾਰਾ ਸਟੈਂਡ ਆਫ ਵੇਖਣ ਵਿੱਚ ਮਿਲਿਆ। ਅਦਰਵਾਈਜ਼ ਹਾਲਾਂਕਿ ਐਕਸਪੈਕਟਡ ਇਹ ਵੀ ਹੈ ਵੀ ਕੁੰਵਰ ਵਿਜੇ ਪ੍ਰਤਾਪ ਖੁਦ ਵੀ ਕਈ ਚੀਜ਼ਾਂ ਕਲੀਅਰ ਕਰਨ। ਸੋ ਉਹ ਆਈ ਹੋਪ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਖੁੱਲ ਕੇ ਗੱਲ ਕਰਦੇ ਨੇ ਮੀਡੀਆ ਦੇ ਨਾਲ, ਐਸੀ ਕੋਈ ਗੱਲਬਾਤ ਨਹੀਂ ਹੈ, ਸੋ ਹੋਪਫੁਲੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਇਹ ਇਸ ਨੂੰ ਸਪਸ਼ਟ ਸਰਕਾਰ ਕਰਨਗੇ। ਲੇਕਿਨ ਵਾਸਤੇ, ਸਰਕਾਰ ਦੀ ਛਵੀ ਵਾਸਤੇ ਕਿੰਨਾ ਕੁ ਵੱਡਾ ਸੈਟਬੈਕ ਹੈ ਕਿ ਇੱਕ ਨਵਾਂ ਵਿਵਾਦ ਹੈ ਜਿਹੜਾ ਇੱਕ ਨਵੀਂ ਸਿਚੁਏਸ਼ਨ ਖੜੀ ਹੋਊਗੀ ਮੁੱਖ ਮੰਤਰੀ ਵਾਸਤੇ, ਆਮ ਆਦਮੀ ਪਾਰਟੀ ਵਾਸਤੇ। ਹੁਣ ਇਹ ਵੀ ਕਿਹਾ ਜਾ ਰਿਹਾ ਵੀ ਜੋ ਚਰਚਾਵਾਂ ਸਰਗਰਮ ਨੇ ਵੀ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਊਗਾ। ਹਾਂ, ਬਿਲਕੁਲ ਇਹ ਹੋ ਸਕਦਾ ਵੀ ਮੁੱਖ ਮੰਤਰੀ ਉਹਨਾਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਰਹਿਣ, ਜਾਂ ਇਸ ਬਾਰੇ ਵਿਧਾਨ ਸਭਾ ਦੇ ਜਿਹੜੇ ਸਪੀਕਰ ਹੈਗੇ ਨੇ, ਕੋਈ ਵਿਧਾਨ ਸਭਾ ਦੇ ਸਪੀਕਰ ਉਸ ਇਲਾਕੇ ਚ ਆਉਂਦੇ ਨੇ ਕੋਟਕਪੂਰੇ ਤੋਂ, ਜਿੱਥੇ ਪੂਰੀਆਂ ਦੇ ਪੂਰੀ ਐਪੀ ਸੈਂਟਰ ਸੀਗਾ ਬੇਅਦਬੀਆਂ ਦਾ। ਸੋ ਮੈਨੂੰ ਹੈਰਾਨੀ ਹੁੰਦੀ ਹੈ ਵੀ ਜਦੋਂ ਇੱਕ ਪੋਸਟਰ ਬਾਏ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਤੱਕ ਕੁੰਵਰ ਵਿਜੇ ਪ੍ਰਤਾਪ ਨੂੰ ਬੇਅਦਬੀਆਂ ਦੇ ਇਨਸਾਫ ਦਿਵਾਉਣ ਦਾ ਜਿਹੜਾ ਇੱਕ ਵਾਅਦਾ ਸੀਗਾ ਆਮ ਆਦਮੀ ਪਾਰਟੀ ਦਾ, ਉਸ ਦਾ ਪੋਸਟਰ ਬਾਏ ਬਣਾ ਕੇ ਤੁਸੀਂ ਕੋਟਕਪੂਰੇ, ਫਰੀਦਕੋਟ ਜਾਂ ਪੰਜਾਬ ਦੀਆਂ ਅਲੱਗ-ਅਲੱਗ ਸੀਟਾਂ ਤੇ ਪ੍ਰਚਾਰ ਕਰਨਾ ਸੀ। ਫਿਰ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਐਮਐਲਏ ਸੱਦ ਕੇ ਲਿਜਾਇਆ ਕਰਦੇ ਸੀ। ਮੈਨੂੰ ਯਾਦ ਹੈ ਚੋਣ ਪ੍ਰਚਾਰ ਦੇ ਵਿੱਚ ਅੰਮ੍ਰਿਤਸਰ ਤੋਂ ਉਹਨਾਂ ਨੂੰ ਸੱਦ ਕੇ ਫਿਰੋਜ਼ਪੁਰ, ਕੋਟਕਪੂਰੇ, ਫਰੀਦਕੋਟ ਦੇ ਇਲਾਕਿਆਂ 'ਚ ਕਿਵੇਂ ਉਹਨਾਂ ਤੋਂ ਪ੍ਰਚਾਰ ਕਰਾਇਆ ਗਿਆ, ਜਾਂ ਜਿਹੜੇ ਵਿਧਾਇਕ ਉੱਥੇ ਸਨ ਉਹਨਾਂ ਨੇ ਪ੍ਰਚਾਰ ਕਰਾਇਆ। ਤੇ ਅੱਜ ਸਥਿਤੀ ਅਜਿਹੀ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਵਿੱਚ ਇੰਨੀਆਂ ਸ਼ਿਕਾਇਤਾਂ ਕਰ ਚੁੱਕੇ ਨੇ, ਸਿੱਟ ਦੇ ਮੁਖੀ ਦੇ ਖਿਲਾਫ ਉਹਨਾਂ ਨੇ ਜਿਹੜੇ ਵਿਅਕਤੀਗਤ ਰਿਮਾਰਕਸ ਦਿੱਤੇ ਸੀ ਉਹ ਸਭ ਤੋਂ ਜ਼ਿਆਦਾ ਕ੍ਰਿਟੀਕਲ ਸੀ। ਹਾਈ ਕੋਰਟ ਦੇ ਵਿੱਚ ਜਿਹੜੀਆਂ ਪੋਜੀਸ਼ਨਸ ਲੂਜ਼ ਚੱਲ ਰਹੀਆਂ ਸਨ, ਪੰਜਾਬ ਪੁਲਿਸ ਦੀ ਜਿਹੜੀ ਮੁਕੱਦਮੇਬਾਜ਼ੀ ਚੱਲਦੀ ਪਈ, ਪੰਜਾਬ ਸਰਕਾਰ ਦੀ ਮੁਕੱਦਮੇਬਾਜ਼ੀ ਚੱਲਦੀ ਪਈ ਹੈ, ਉਸ ਮੁਤਲਕ ਵੀ ਉਹਨਾਂ ਨੇ ਕਈ ਗੱਲਾਂ ਕਹੀਆਂ, ਲੇਕਿਨ ਈਵਨ ਟਾਈਮ ਉਹਨਾਂ ਨੂੰ ਨਹੀਂ ਮਿਲਿਆ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਵੀ। ਉਹਨਾਂ ਨੇ ਇੱਕ ਵਾਰ ਸਮਾਂ, ਤੁਹਾਨੂੰ ਯਾਦ ਹੈ, ਮੰਗਿਆ ਸੀ, ਤੇ ਜਦੋਂ ਸਮਾਂ ਦਿੱਤਾ ਗਿਆ ਤਾਂ ਉਸ ਵਕਤ ਵੀ ਕੋਈ ਜ਼ਿਆਦਾ ਖਾਸ ਅੰਦਾਜ਼ ਦੇ ਵਿੱਚ ਬੋਲ ਨਹੀਂ ਪਾਏ, ਉਹਨਾਂ ਸਮਾਂ ਵੀ ਨਹੀਂ ਸੀ, ਰੌਲਾ ਰੱਪਾ ਬਹੁਤ ਸੀ। ਉਸ ਵਕਤ ਮੈਨੂੰ ਹੈਰਾਨੀ ਸੀ ਜਿਹੜੇ ਪੰਜਾਬ ਦੇ ਸਪੀਕਰ ਹੈਗੇ ਨੇ ਉਹੀ ਕੁੰਵਰ ਵਿਜੇ ਪ੍ਰਤਾਪ ਨੂੰ ਗੱਲ-ਗੱਲ ਤੇ ਟੋਕਦੇ ਨਜ਼ਰ ਆ ਰਹੇ ਸੀ। ਸ਼ਾਇਦ ਕੁਲਤਾਰ ਸਿੰਘ ਜੀ ਭੁੱਲ ਗਏ ਕਿ ਉਹ ਕਿਹੜੇ ਇਲਾਕੇ ਚੋਂ ਆਉਂਦੇ ਨੇ। ਸੋ ਮੈਂ ਕਈ ਵਾਰ ਬਹੁਤ ਕ੍ਰਿਟੀਕਲ ਹੋ ਜਾਂਦਾ ਹੈ ਇਹਨਾਂ ਲੀਡਰਾਂ ਦਾ, ਲੇਕਿਨ ਮਹਿਸੂਸ ਹੁੰਦਾ ਵੀ ਜਦੋਂ ਤੁਸੀਂ ਉਹ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਹੋ, ਅੱਜ ਉਹ ਸਾਰੀ ਸਲੇਟ ਦੇ ਉੱਤੇ ਤੁਸੀਂ ਸਫਾਈ ਕਰਕੇ ਤੇ ਅੱਜ ਨਵੇਂ ਸਿਰੇ ਤੋਂ ਤੁਹਾਨੂੰ ਲੱਗਦਾ ਵੀ ਸਰਕਾਰ ਬਣ ਚੁੱਕੀ ਹੈ ਤੇ ਹੁਣ ਨਵੇਂ ਮਾਪਦੰਡ ਹੋ ਚੁੱਕੇ ਨੇ। ਸੋ ਉਹ ਪੈਰਾਮੀਟਰਸ ਤੇ ਰਹਿਣ ਦੀ ਲੋੜ ਹੈ, ਤੇ ਜਿਹੜੀਆਂ ਗੱਲਾਂ ਬਾਤਾਂ ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਨੇ ਉਹਨਾਂ ਨੂੰ ਸੁਣੋ, ਤੇ ਜੇ ਉਹਨਾਂ ਨੂੰ ਲੱਗ ਰਿਹਾ ਵੀ ਕੁਝ ਨਜਾਇਜ਼ ਕਹਿ ਰਹੇ ਨੇ, ਕਿਉਂਕਿ ਮੈਂ ਇਹ ਨਹੀਂ ਮੰਨ ਕੇ ਚੱਲਦਾ ਵੀ ਕੁੰਵਰ ਵਿਜੇ ਪ੍ਰਤਾਪ ਜੋ ਕਹਿਣਗੇ ਪੱਥਰ ਦੀ ਲਕੀਰ ਹੈ। ਇਹ ਆਪਾਂ ਮੰਨ ਕੇ ਚੱਲੀਏ, ਮੈਂ ਹਮੇਸ਼ਾ ਇਸ ਚੀਜ਼ ਨੂੰ ਮੰਨ ਕੇ ਚੱਲਿਆ ਕਿ ਕੁੰਵਰ ਵਿਜੇ ਪ੍ਰਤਾਪ ਜੋ ਕਰ ਰਹੇ ਨੇ ਨੇਕ ਨੀਅਤ ਨਾਲ ਕਰ ਰਹੇ ਹੋ ਸਕਦੇ ਨੇ, ਲੇਕਿਨ ਇਹ ਜ਼ਰੂਰੀ ਨਹੀਂ ਕਿ ਜੋ ਵੀ ਉਹ ਕੰਮ ਕਰਦੇ ਨੇ ਹਮੇਸ਼ਾ ਠੀਕ ਹੀ ਹੁੰਦਾ ਹੈ। ਤੇ ਇਸ ਚੀਜ਼ ਦਾ ਇੱਕ ਵੱਡਾ ਜਿਹੜਾ ਇੱਕ ਫੈਕਟਰ ਸੀ ਉਹ ਹਾਈ ਕੋਰਟ ਦੇ ਉਸ ਜਜਮੈਂਟ ਦੇ ਵਿੱਚ ਵੀ ਲਿਖਿਆ ਗਿਆ, ਕਿਉਂਕਿ ਬਾਰ-ਬਾਰ ਇਹਨਾਂ ਨੇ ਬਾਦਲਾਂ ਦਾ ਜ਼ਿਕਰ ਕੀਤਾ ਵੀ ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਪਰਿਵਾਰ ਨੇ ਬੇਅਦਬੀ ਕਰਾਈ, ਜੋ ਵੀ ਸਾਰੀ ਗੱਲਾਂ ਬਾਤਾਂ ਸੀ, ਗੋਲੀ ਵਗੈਰਾ ਚਲਾਉਣ ਦਾ ਕੇਸ ਸੀ, ਲੇਕਿਨ ਆਪਣੀ ਇਹਨਾਂ ਦੀ ਰਿਪੋਰਟਾਂ ਦੇ ਵਿੱਚ ਉਹ ਤੱਥ ਹਟੇ ਨਿਖਰ ਕੇ ਆ ਨਹੀਂ ਪਾਏ। ਸੋ ਬਾਅਦ ਦੇ ਵਿੱਚ ਸਵਾਲ ਤਾਂ ਕ੍ਰਿਟਿਕਸ ਜਿਹੜੇ ਲੋਕਾਂ ਨੂੰ ਹੁਣ ਸਮਝ ਨਹੀਂ ਹੈ ਬੇਅਦਬੀ ਦੇ ਕੇਸਾਂ ਦੀ, ਉਹ ਉਹਨਾਂ ਨੂੰ ਲੱਗ ਰਿਹਾ ਹੋ ਸਕਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਬੜੀ ਵੱਡੀ ਲੰਬੀ ਲੜਾਈ ਲੜੀ ਹੈ, ਜੋ ਕਿ ਲੜੀ ਵੀ ਹੋ ਸਕਦੀ ਹੈ। ਉਹਨਾਂ ਦੇ ਜੈਸਚਰ ਦੇ ਵਿੱਚ, ਉਹਨਾਂ ਦੇ ਕੰਮਾਂ ਦੇ ਵਿੱਚ ਉਹ ਚੀਜ਼ ਝਲਕ ਸਕਦੀ ਹੈ, ਲੇਕਿਨ ਅੰਤ ਦੇ ਵਿੱਚ ਫਾਈਲ ਦੇ ਵਿੱਚ ਉਹ ਕੀ ਕੁਝ ਲਿਆ ਪਾਏ, ਕੀ ਕੁਝ ਨਹੀਂ ਲਿਆ ਪਾਏ। ਬਤੌਰ ਇੱਕ ਤਫਤੀਸ਼ੀ ਅਫਸਰ ਉਹਨਾਂ ਕੋਲ ਬੜਾ ਸਮਾਂ ਸੀ, ਬਹੁਤ ਲੰਬਾ ਟਾਈਮ ਸੀ, ਲੇਕਿਨ ਉਹ ਚੀਜ਼ਾਂ ਕੋਰਟ ਦੇ ਵਿੱਚ ਨਹੀਂ ਲਿਆ ਪਾਏ ਜਾਂ ਜਿਹੜੀ ਸਥਾਪਿਤ ਹੁੰਦੀਆਂ ਨਹੀਂ ਦੇਖੀਆਂ। ਇਹੀ ਕਾਰਨ ਸੀ ਕਿ ਹਾਈ ਕੋਰਟ ਨੇ ਉਹਨਾਂ ਦੀ ਜਿਹੜੀ ਪੂਰੀ ਦੀ ਪੂਰੀ ਸਿੱਟ ਨੂੰ ਭੰਗ ਕਰਤਾ ਸੀ, ਉਹਨਾਂ ਨੂੰ ਆਪਣੇ ਪੋਜੀਸ਼ਨ ਤੋਂ ਹਟਾ ਦਿੱਤਾ ਸੀ। ਬੇਸ਼ੱਕ ਹਾਈ ਕੋਰਟ ਦੇ ਆਰਡਰ ਦੇ ਵਿੱਚ ਵੀ ਕਈ ਵਧੀਕੀਆਂ ਸੀਗੀਆਂ, ਮੈਂ ਉਸਦੇ ਵਿੱਚ ਵੀ ਕਈ ਕਮੀਆਂ ਲੱਭੀਆਂ ਹਾਈ ਕੋਰਟ ਦੇ ਆਰਡਰ ਦੇ ਵਿੱਚ, ਲੇਕਿਨ ਐਟ ਦ ਐਂਡ ਆਫ ਦਾ ਡੇ ਇਹ ਵੀ ਦੇਖਣਾ ਸੀਗਾ ਵੀ ਇਹਨਾਂ ਨੇ ਆਪਣੇ ਵੱਲੋਂ ਕੀ ਕੀਤਾ।
ਸੋ ਇਹਨਾਂ ਨੂੰ ਸੁਣਨਾ ਜ਼ਰੂਰੀ ਹੈ ਕੁੰਵਰ ਵਿਜੇ ਪ੍ਰਤਾਪ ਜੋ ਕਹਿ ਰਹੇ ਨੇ, ਕਿਉਂਕਿ ਇਸ ਕੇਸ ਦੇ ਨਾਲ ਬਹੁਤ ਨੇੜਤਾ ਤੋਂ ਜੁੜੇ ਹੋਏ ਨੇ। ਉਹਨਾਂ ਨੇ ਇਸ ਕੇਸ ਨੂੰ ਬਹੁਤ ਲੇਟ ਸਟੇਜ ਤੇ ਫੜਿਆ ਸੀ, ਕਿਉਂਕਿ ਉਹਨਾਂ ਦੀ ਜਦੋਂ ਸਿੱਟ ਬਣਦੀ ਹੈ 2019 ਦੇ ਆਸ-ਪਾਸ ਉਹ ਹੋਂਦ ਵਿੱਚ ਆਉਂਦੀ ਹੈ, ਉਸ ਵਕਤ ਬੇਅਦਬੀ ਹੋਏ ਨੂੰ 5 ਸਾਲ ਹੋ ਚੁੱਕੇ ਸੀ। ਉਸ ਤੋਂ ਬਾਅਦ ਫਿਰ ਉਹ ਸਾਰੇ ਦੇ ਸਾਰੇ, ਖਾਸ ਕਰਕੇ ਬਹਿਬਲ ਕਲਾਂ ਦੇ ਕੇਸ ਦੇ ਵਿੱਚ ਜਿਹੜੇ ਕਿ ਫਰਜ਼ੀ ਗੋਲੀਬਾਰੀ ਕਰਾਈ ਗਈ, ਫਾਇਰਿੰਗ ਕਰਾ ਕੇ ਫੈਬਰੀਕੇਟ ਕੀਤੇ ਗਏ ਐਵੀਡੈਂਸਿਸ, ਉਹ ਸਾਰੇ ਦੇ ਸਾਰੇ ਕੇਸ ਬੜੀ ਮਿਹਨਤ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਜਾਂ ਉਹਨਾਂ ਦੀ ਟੀਮਾਂ ਨੇ ਜਿਵੇਂ ਵੀ ਜੋ ਵੀ ਉਹਨਾਂ ਨੇ ਢੰਗ ਤਰੀਕੇ ਅਪਣਾਇਆ ਕੀਤਾ। ਤੇ ਜੇ ਉਹਨਾਂ ਨੂੰ ਇੰਨੀ ਸਮਝ ਹੈ ਇਹਨਾਂ ਵਿਸ਼ਿਆਂ ਦੀ, ਇਹਨਾਂ ਇਸ਼ੂਜ਼ ਦੀ, ਜੋ ਗੱਲ ਉਹ ਕਹਿ ਰਹੇ ਨੇ ਉਹਨੂੰ ਤਾਂ ਮੁੱਖ ਤੌਰ ਤੇ ਸੁਣਨਾ ਚਾਹੀਦਾ। ਬੈਕਗ੍ਰਾਉਂਡ ਰਿਹਾ ਇਹ ਸਾਰਿਆਂ ਨੂੰ ਲੈ ਕੇ, ਕਿਉਂਕਿ ਜਦੋਂ ਆਊਟ ਆਫ ਪਾਵਰ ਸੀ, ਚਾਹੇ ਕੁਲਤਾਰ ਸੰਧਵਾ ਸੀਗੇ ਐਮਐਲਏ ਸੀ ਜਾਂ ਕੁੰਵਰ ਵਿਜੇ ਪ੍ਰਤਾਪ ਬਤੌਰ ਅਫਸਰ, ਇਹ ਸਭ ਸਾਰੇ ਜਾਣਿਆਂ ਨੇ ਬੇਅਦਬੀ ਦੇ ਮਸਲੇ ਉੱਤੇ ਇਨਕੈਸ਼ ਕੀਤਾ, ਪੋਲੀਟੀਕਲੀ ਆਪਣਾ ਕ੍ਰੈਡਿਟ ਵੀ ਲਿਆ ਵੀ ਅਸੀਂ ਇਸ ਮੁੱਦੇ ਤੇ ਖੜੇ ਆ, ਸਟੈਂਡ ਲੈ ਰਹੇ ਆ, ਤੇ ਪਰ ਸਾਡਾ ਕੰਮ ਨਹੀਂ ਹੋ ਰਿਹਾ। ਕੁਲਤਾਰ ਸੰਧਵਾ ਵੀ ਕਹਿੰਦੇ ਸੀ ਮੇਰੀ ਕਨਸਟੀਟੂਐਂਸੀ ਜੋ ਹੈ ਮੈਂ ਇਨਸਾਫ ਦਿਵਾਉਂਗਾ। ਕਿ ਇਹ ਪੋਲੀਟੀਕਲ ਲੜਾਈ ਬਣ ਗਈ ਹੈ ਕ੍ਰੈਡਿਟ ਨੂੰ ਲੈ ਕੇ, ਵੀ ਮੇਰੇ ਤੋਂ ਅੱਗੇ ਉਹ ਨਾ ਲੰਘ ਜੇ ਇਸ ਇਸ਼ੂ ਤੇ ਸਟੈਂਡ ਲੈਣ ਚ, ਵੀ ਮੈਂ ਨਾ ਲੰਘ ਜਾ, ਕਿਉਂਕਿ ਹੈਗਾ ਬਹੁਤ ਵੱਡਾ ਸੈਂਸਿਟਿਵ ਇਸ਼ੂ ਹੈ, ਇਮੋਟਿਵ ਇਸ਼ੂ ਹੈ। ਨਹੀਂ, ਇਹ ਤਾਂ ਦੇਖੋ, ਇਹ ਤਾਂ ਸਰਕਾਰ ਹੀ ਡਿਸਾਈਡ ਕਰੇ। ਜਾਂ ਤਾਂ ਹੁੰਦਾ ਵੀ ਜਦੋਂ ਤੁਸੀਂ ਵਿਰੋਧੀ ਪਾਰਟੀ ਹੁੰਦੇ ਹੋ ਤਾਂ ਤੁਹਾਨੂੰ ਦੂਰੋਂ ਕੁਝ ਹੋਰ ਚੀਜ਼ ਦਿਸ ਰਹੀ ਹੁੰਦੀ ਹੈ, ਲੇਕਿਨ ਜਿਵੇਂ ਤੁਸੀਂ ਸਰਕਾਰ ਦੇ ਵਿੱਚ ਆਉਂਦੇ ਹੋ ਤਾਂ ਤੁਹਾਡੇ ਸਾਰੇ ਦੇ ਸਾਰੇ ਜਿਹੜਾ ਤੇਜ਼ੀ ਹੁੰਦੀ ਆ ਉਹ ਖਤਮ ਹੋ ਜਾਂਦੀ ਹੈ। ਇਹ ਚੀਜ਼ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਹੋਈ। ਕਿਵੇਂ ਗੁਟਕਾ ਸਾਹਿਬ ਨੂੰ ਮੱਥੇ ਤੇ ਲਾ ਕੇ ਉਹਨਾਂ ਨੇ ਪਹਿਲਾਂ ਤਾਂ ਚਲੋ ਨਸ਼ੇ ਦੇ ਬਾਰੇ ਗੱਲਾਂ ਕੀਤੀਆਂ, ਲੇਕਿਨ ਬੇਅਦਬੀ ਦੇ ਇਨਸਾਫ ਦੀ ਵੀ ਗੱਲ ਉਹਨਾਂ ਨੇ ਬੜੀ ਵੱਧ ਚੜ ਕੇ ਕੀਤੀ। ਸੋ ਜਦੋਂ ਇਨਸਾਫ ਦਿਵਾਉਣ ਦੀ ਗੱਲ ਆਈ ਤਾਂ ਉਹਨਾਂ ਦੀ ਸਰਕਾਰਾਂ ਦੇ ਸਮਿਆਂ ਦੇ ਹੀ ਐਡੇ ਵੱਡੇ ਡਿਫਾਲਟਸ ਜਿਹੜੇ ਸੀ ਉਹ ਹੋਏ। ਤਫਤੀਸ਼ਾਂ ਜਿਹੜੀਆਂ ਸੀ ਉਹ ਹੱਥੋਂ ਖੁੱਸ ਗਈਆਂ। ਪਹਿਲਾਂ ਸੀਬੀਆਈ ਕੋਲੋਂ ਤਫਤੀਸ਼ ਵਾਪਸ ਨਹੀਂ ਆਈ, ਫਿਰ ਅਦਾਲਤਾਂ ਦੇ ਵਿੱਚੋਂ ਕੈਂਸਲੇਸ਼ਨ ਰਿਪੋਰਟਸ ਫਾਈਲ ਹੋ ਗਈਆਂ, ਰੌਲਾ ਰੱਪਾ ਪਿਆ। ਉਹਨਾਂ ਦੀ ਆਪਣੀ ਪਾਰਟੀ ਪ੍ਰਤਾਪ ਬਾਜਵੇ ਵਰਗੇ ਲੀਡਰਾਂ ਨੇ ਸ਼ੋਰ ਸ਼ਰਾਬਾ ਕੀਤਾ, ਫਿਰ ਸਰਕਾਰ ਜਾਗੀ ਵੀ ਅੱਛਾ ਕੀ ਹੋ ਗਿਆ, ਹਨਾ। ਸਭ ਕੁਝ ਮਤਲਬ ਸਿਆਸੀ ਡਰਾਮੇਬਾਜ਼ੀ ਪੂਰੀ। ਲੇਕਿਨ ਜਦੋਂ ਗਰਾਊਂਡ ਦੇ ਉੱਤੇ ਕੰਮ ਕਰਨਾ ਸੀ ਤਾਂ ਉਹ ਬਹੁਤ ਢਿੱਲੇ। ਉਸ ਤੋਂ ਬਾਅਦ 2 ਸਿੱਟਾਂ ਭੰਗ ਹੋਈਆਂ। ਰਣਬੀਰ ਖੱਟੜੇ ਦੀ ਸਿੱਟ 4 ਜਨਵਰੀ ਨੂੰ ਭੰਗ ਹੋ ਜਾਂਦੀ ਹੈ ਤੇ 2021 ਦੇ ਵਿੱਚ ਉਹ ਕਿਸੇ ਨੇ ਚੂੰ ਤੱਕ ਨਹੀਂ ਕੀਤੀ। ਰਣਬੀਰ ਖੱਟੜੇ ਦੀ ਸਿੱਟ ਕਿਉਂ ਭੰਗ ਹੋਈ ਹੈ, ਰਣਬੀਰ ਖੱਟੜੇ ਨੂੰ ਇਨਵੈਸਟੀਗੇਸ਼ਨ ਤੋਂ ਕਿਉਂ ਹਟਾਇਆ ਗਿਆ, ਉਹ ਬੇਅਦਬੀ ਦਾ ਕੇਸ ਸੀ, ਉਹ ਹੋਰ ਕੇਸ ਨਹੀਂ ਸੀਗਾ। ਲੇਕਿਨ ਅਪ੍ਰੈਲ 2021 ਦੇ ਵਿੱਚ ਜਦੋਂ ਡਿਸੀਜਨ ਆਉਂਦਾ ਹੈ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਦੇ ਭੰਗ ਹੋਣ ਦਾ, 9 ਅਪ੍ਰੈਲ ਨੂੰ ਇਹ ਡਿਸੀਜਨ ਆਉਂਦਾ ਹੈ। 22 ਅਪ੍ਰੈਲ ਦੇ ਆਸ-ਪਾਸ ਇਹਦੀ ਕਾਪੀ ਜਿਹੜੀ ਆਨਲਾਈਨ ਹੁੰਦੀ ਹੈ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਖਲਬਲੀ ਮਚਦੀ ਹੈ, ਤੇ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਇੱਕ ਹਾਈ ਪਿਚ ਦੇ ਉੱਤੇ, ਹਾਈ ਡੈਸੀਬਲ ਦੇ ਉੱਤੇ ਸ਼ੋਰ ਸ਼ਰਾਬਾ ਕਰਨ ਵਾਲੇ ਅਫਸਰ ਰਹੇ ਨੇ। ਅਫਸਰ ਰਹਿੰਦੇ ਹੋਏ ਵੀ ਇਹਨਾਂ ਨੇ ਬੜੀ ਕੰਟਰੋਵਰਸੀਜ਼ ਜਨਰੇਟ ਕਰਵਾਈਆਂ ਨੇ। ਤੁਹਾਨੂੰ ਯਾਦ ਹੋਏਗਾ 2019 ਦੇ ਇਲੈਕਸ਼ਨਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਦੇ ਖਿਲਾਫ ਕਿਹਾ ਸੀ, ਜਦੋਂ ਬੇਅਦਬੀ ਦੇ ਸੰਬੰਧ ਦੇ ਵਿੱਚ ਵੀ ਇਹਨਾਂ ਨੇ ਕੁਝ ਇੰਟਰਵਿਊਜ਼ ਦਿੱਤੇ ਸੀ, ਉਸ ਦਾ ਇਤਰਾਜ਼ ਲੱਗ ਗਿਆ ਸੀ। ਸੋ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਨੂੰ ਰੋਕਣਾ ਪਿਆ ਸੀਗਾ। ਸੋ ਕਿਉਂਕਿ ਉਹ ਇੱਕ ਮੀਡੀਆ ਫਰੈਂਡਲੀ, ਮੀਡੀਆ ਸੈਵੀ, ਗੱਲਾਂ ਬਾਤਾਂ ਕਰਨ ਵਾਲੇ ਅਫਸਰ ਸਨ, ਰੌਲਾ ਪੈ ਗਿਆ। ਲੇਕਿਨ ਖੱਟੜਾ ਦੀ ਸਿੱਟ ਜਦੋਂ ਭੰਗ ਹੁੰਦੀ ਹੈ ਉਸ ਵਕਤ ਕਿਸੇ ਨੇ ਚੂੰ ਤੱਕ ਨਹੀਂ ਕੀਤੀ, ਜਦੋਂ ਕਿ ਮੇਨ ਬੇਅਦਬੀ ਦੇ ਕੇਸਾਂ ਨੂੰ ਖੱਟੜਾ ਦੀ ਸਿੱਟ ਹੈਂਡਲ ਕਰ ਰਹੀ ਸੀ। ਕੁੰਵਰ ਵਿਜੇ ਪ੍ਰਤਾਪ ਦਾ ਬੇਅਦਬੀ ਦੇ ਕੇਸਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਰਿਮੋਟ ਜਿਹੜਾ ਲਿੰਕ ਸੀ ਉਹ ਸੀ ਕੋਟਕਪੂਰੇ ਦੀ ਤੇ ਬਹਿਬਲ ਕਲਾਂ ਦੀਆਂ 2 ਅਲੱਗ-ਅਲੱਗ ਘਟਨਾਵਾਂ, ਜਿਨ੍ਹਾਂ ਦੇ ਸਿੱਟਾਂ ਜਿਹੜੀ ਸਿੱਟ ਸੀ ਉਹ ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਕੀਤੀ, ਉਹ ਵੀ ਸੈਕੰਡ ਸਿੱਟ ਦੇ ਰੂਪ ਵਿੱਚ। ਬਾਅਦ ਦੇ ਵਿੱਚ ਜਿਹੜੀ ਪੂਰੀ ਦੀ ਪੂਰੀ ਜਾਂਚ ਹੈ ਇੱਕ ਨੌਨਿਹਾਲ ਸਿੰਘ ਕੋਲ ਆ ਗਈ ਤੇ ਇੱਕ ਆਈ ਥਿੰਕ LK ਯਾਦਵ ਕੋਲ ਆਈ ਹੈ। ਸੋ ਉਹ ਜਿਹੜੀਆਂ ਸਿੱਟਾਂ ਪਹਿਲਾਂ ਵੀ ਭੰਗ ਹੁੰਦੀਆਂ ਰਹੀਆਂ, ਬਾਅਦ ਵਿੱਚ ਵੀ ਭੰਗ ਹੁੰਦੀਆਂ ਰਹੀਆਂ, ਲੇਕਿਨ ਇਹਨਾਂ ਦਾ ਜਿਹੜਾ ਸਿੱਟ ਦਾ ਭੰਗ ਹੋਣਾ ਪੰਜਾਬ ਦੇ ਵਿੱਚ ਇੱਕ ਬੜੇ ਵੱਡੇ ਰਾਜਨੀਤਿਕ ਅਦਲਾ ਬਦਲੀ ਦਾ ਇੱਕ ਕਾਰਨ ਬਣਿਆ। ਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਅਹੁਦਾ ਜਾਂ ਉਹਨਾਂ ਨੂੰ ਛੱਡਣੀ ਪਈ ਸੀ ਆਪਣੀ ਕੁਰਸੀ, ਉਹਦਾ ਟ੍ਰਿਗਰ ਪੁਆਇੰਟ ਇਹੀ ਸੀਗਾ ਵੀ ਇਹਨਾਂ ਦੀ ਜਿਹੜੀ ਸਿੱਟ ਟੁੱਟੀ ਸੀ। ਸੋ ਤੁਸੀਂ ਇਮੇਜਿਨ ਕਰਕੇ ਚੱਲੋ ਵੀ ਇਹ ਬਹੁਤ ਮੇਜਰ ਇੱਕ ਕੈਟਲਿਸਟ ਪੁਆਇੰਟ ਦੇ ਰੂਪ ਵਿੱਚ ਰਹੇ ਨੇ ਕੁੰਵਰ ਵਿਜੇ ਪ੍ਰਤਾਪ, ਤੇ ਉਹਨਾਂ ਨੂੰ ਮੈਨੂੰ ਲੱਗਦਾ ਥੋੜੀ ਜਿਹੀ ਸੀਰੀਅਸਲੀ ਸਰਕਾਰ ਨੂੰ ਲੈ ਲੈਣਾ ਚਾਹੀਦਾ, ਕਿਉਂਕਿ ਆਪਣੀ ਪਾਰਟੀ ਹੁਣ ਜਾਂ ਤਾਂ ਹੋਵੇ ਨਾ ਕੋਈ ਹੋਰ ਪਾਰਟੀ ਹੋਵੇ ਜ਼ਿਆਦਾ, ਫਿਰ ਹੋਰ ਲੀਡਰਾਂ ਨੂੰ ਤਾਂ ਉਹ ਤਰਜੀਹ ਨਹੀਂ ਦਿੰਦੇ। ਲੇਕਿਨ ਜੇ ਤੁਸੀਂ ਆਪਣੇ MLA ਨੂੰ ਨਹੀਂ ਸੁਣ ਪਾਓਗੇ, ਆਪਣੇ MLA ਦੀ ਗੱਲ ਨਹੀਂ ਤੁਸੀਂ ਸੁਣਨਾ ਚਾਹ ਰਹੇ ਹੋ, ਜੋ ਕਿ ਇਸ ਚੀਜ਼ ਦਾ ਇੱਕ ਚੰਗਾ ਬੈਕਗਰਾਉਂਡ ਰੱਖਦਾ ਹੈ, ਤਾਂ ਫਿਰ ਤਾਂ ਤੁਸੀਂ ਤਿਆਰ ਰਹੋ ਉਹਦੇ ਨਤੀਜੇ ਭੁਗਤਣ ਲਈ।